everybody, this is Pooja. Welcome to our channel Browncast No and ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਕੈਨੇਡਾ ਦੇ ਵਿੱਚ ਰਹਿ ਕੇ ਇੰਡੀਅਨ ਪਾਸਪੋਰਟ ਕਿਵੇਂ ਰੀਨਿਊ ਕਰਵਾ ਸਕਦੇ ਹਾਂ। ਸੋ ਉਹਦੇ ਲਈ ਆਪਾਂ ਨੂੰ BLS ਨੂੰ ਆਪਣਾ ਪਾਸਪੋਰਟ ਦੇ ਨਾਲ ਸਾਰੇ ਡਾਕੂਮੈਂਟਸ ਭੇਜਣੇ ਪੈਂਦੇ ਆ। ਆਨਲਾਈਨ ਐਪਲੀਕੇਸ਼ਨ ਵੀ ਕਰਨੀ ਪੈਂਦੀ ਆ ਉਹਦੀ। ਸੋ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਉਹਦੀ ਐਪਲੀਕੇਸ਼ਨ ਆਪਾਂ ਆਨਲਾਈਨ ਕਿਵੇਂ ਫਿਲ ਕਰਨੀ ਆ, ਕਿਹੜੇ ਬਲੈਂਕਸ ਦੇ ਵਿੱਚ ਕੀ ਫਿਲ ਕਰਨਾ ਹੁੰਦਾ ਆ, ਸੋ ਦੈਟ ਤੁਸੀਂ ਕੋਈ ਮਿਸਟੇਕ ਨਾ ਕਰੋ ਕਿ ਫੋਟੋ ਕਿਵੇਂ ਦੀ ਲਾਣੀ ਹੁੰਦੀ ਹੈ, ਕਿਸ ਸਾਈਜ਼ ਦੀ ਫੋਟੋਜ਼ ਖਿਚਵਾਉਣੀਆਂ ਹੁੰਦੀਆਂ ਨੇ, ਤੇ ਨਾਲ ਜਿਹੜੇ ਐਡੀਸ਼ਨਲ ਡਾਕੂਮੈਂਟਸ ਨੇ ਉਹ ਕਿਹੜੇ ਲੱਗਦੇ ਨੇ ਐਂਡ ਫਾਰਮਸ ਕਿਹੜੇ ਫਿਲ ਕਰਨੇ ਹੁੰਦੇ ਨੇ। ਸੋ ਲੈਟਸ ਸਟਾਰਟ ਵਿਦ ਦ ਆਨਲਾਈਨ ਐਪਲੀਕੇਸ਼ਨ ਪ੍ਰੋਸੈਸ। ਸਭ ਤੋਂ ਪਹਿਲਾਂ ਆਪਾਂ ਗੂਗਲ 'ਤੇ ਜਾ ਕੇ ਲਿਖਣਾ ਰੀਨਿਊ ਇੰਡੀਅਨ ਪਾਸਪੋਰਟ ਇਨ ਕੈਨੇਡਾ ਐਂਡ ਉੱਥੇ ਜਿਹੜਾ ਪਹਿਲਾ ਲਿੰਕ ਹੈਗਾ ਆ ਨਿਊ ਪਾਸਪੋਰਟ ਰੀਨਿਊ ਉੱਤੇ ਕਲਿੱਕ ਕਰਨਾ ਆ ਆਪਾਂ ਐਂਡ ਦੈਨ BLS ਇੰਟਰਨੈਸ਼ਨਲ ਦੀ ਸਾਈਟ ਖੁੱਲਦੀ ਆ ਐਂਡ ਦੈਨ ਥੱਲੇ ਜਾ ਕੇ ਇੱਕ ਲਿੰਕ ਆਉਂਦਾ ਆ ਉਹਦੇ ਤੇ ਕਲਿੱਕ ਕਰਨਾ। ਯੂ ਕੈਨ ਸੀ ਇਟ ਇਨ ਦ ਸਕਰੀਨ। ਦੈਨ ਪਾਸਪੋਰਟ ਸੇਵ ਐਟ ਇੰਡੀਅਨ ਐਮਬੈਸੀ ਖੁੱਲਦੀ ਹੈਗੀ ਆ ਤੇ ਆਪਾਂ ਅੱਗੇ ਜਾ ਕੇ ਕੈਨੇਡਾ ਤੇ ਕਲਿੱਕ ਕਰਨਾ ਕਿ ਆਪਾਂ ਰਾਈਟ ਨਾਓ ਕਿੱਥੇ ਹੈਗੇ ਆ। ਦੈਨ ਪਹਿਲੇ ਰਜਿਸਟਰ ਕਰਨਾ ਹੁੰਦਾ ਆ, ਪਰ ਜੇ ਤੁਸੀਂ ਆਲਰੇਡੀ ਰਜਿਸਟਰ ਕੀਤਾ ਹੋਇਆ ਸੋ ਯੂ ਕੈਨ ਡਾਇਰੈਕਟਲੀ ਗੋ ਟੂ ਲੌਗਇਨ। ਸੋ ਮੈਂ ਲੌਗਇਨ ਕਰ ਲਿਆ ਹੋਇਆ ਨਾਓ ਐਂਡ ਪਹਿਲਾਂ ਆਉਂਦਾ ਅਪਲਾਈ ਫॉर ਆਰਡੀਨਰੀ ਪਾਸਪੋਰਟ, ਇਹਦੇ ਤੇ ਆਪਾਂ ਕਲਿੱਕ ਕਰਾਂਗੇ। ਸੋ ਅੱਗੇ ਜਿਹੜਾ ਪੇਜ ਖੁੱਲਦਾ ਹੈਗਾ ਆ ਉਹਦੇ ਤੇ ਆਪਾਂ ਪਹਿਲੇ ਤੇ ਇਹ ਦੇਖਣਾ ਆ ਕਿ ਆਪਾਂ ਕਿਹੜੇ ਪਾਸਪੋਰਟ ਲਈ ਅਪਲਾਈ ਕਰ ਰਹੇ ਆ। ਆਪਾਂ ਰੀਇਸ਼ੂ ਕਰਾਉਣਾ ਆ ਪਾਸਪੋਰਟ, ਰਾਈਟ? ਤੇ ਰੀਇਸ਼ੂ ਕਰਾਉਣ ਦਾ ਰੀਜ਼ਨ ਕੀ ਉਹ ਵੀ ਦੱਸਣਾ ਹੈਗਾ ਆ ਕਿ ਆਪਣੀ ਵੈਲਿਡਿਟੀ ਐਕਸਪਾਇਰ ਹੋ ਗਈ ਹੈ ਵਿਦਿਨ 3 ਇਅਰਸ ਔਰ ਡਿਊ ਟੂ ਐਕਸਪਾਇਰ। ਜੇ ਕੋਈ ਹੋਰ ਰੀਜ਼ਨ ਤੁਸੀਂ ਉਹ ਵੀ ਸਿਲੈਕਟ ਕਰ ਸਕਦੇ ਹੋ। ਦੈਨ ਟਾਈਪ ਆਫ ਐਪਲੀਕੇਸ਼ਨ ਨਾਰਮਲ ਐਂਡ 36 ਪੇਜਸ ਦਾ ਚਾਹੀਦਾ ਆਪਾਂ ਨੂੰ। ਐਂਡ ਦੈਨ ਐਪਲੀਕੈਂਟ ਡਿਟੇਲਸ, ਗਿਵਨ ਨੇਮ ਲਿਖਣਾ ਆ ਆਪਣਾ ਇੱਥੇ, ਜੇ ਸਰਨੇਮ ਲਿਖਿਆ ਹੋਇਆ ਤੁਹਾਡੇ ਪਾਸਪੋਰਟ ਤੇ ਉਹ ਲਿਖਣਾ ਆ। ਜੈਂਡਰ ਮੇਲ ਫੀਮੇਲ, ਹੈਵ ਯੂ ਐਵਰ ਬੀਨ ਨੋਨ ਬਾਈ ਅਦਰ ਨੇਮਸ, ਜੇ ਨਾਮ ਚੇਂਜ ਕੀਤਾ ਹੈ ਕਦੀ, ਯੈਸ ਨੋ। ਹੈਵ ਯੂ ਐਵਰ ਚੇਂਜ ਯੋਰ ਨੇਮ, ਪਹਿਲਾਂ ਕਦੀ ਨਾਮ ਚੇਂਜ ਕੀਤਾ ਹੋਵੇ। ਡੇਟ ਆਫ ਬਰਥ, ਪਲੇਸ ਆਫ ਬਰਥ, ਇਜ਼ ਯੋਰ ਪਲੇਸ ਆਫ ਬਰਥ ਆਊਟ ਆਫ ਇੰਡੀਆ, ਯੈਸ ਔਰ ਨੋ। ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਪਲੇਸ ਆਫ ਬਰਥ ਵਗੈਰਾ ਦੀ, ਇਹ ਤੁਹਾਨੂੰ ਆਪਣੇ ਪਾਸਪੋਰਟ ਤੇ ਮਿਲ ਜੂਗੀ। ਐਂਡ ਜੇ ਤੁਸੀਂ ਇੰਡੀਆ ਤੋਂ ਬਾਹਰ ਕਿਤੇ ਤੁਹਾਡਾ ਬਰਥ ਹੋਇਆ ਆ ਤੇ ਤੁਸੀਂ ਉੱਥੇ ਯੈਸ ਜਾਂ ਨੋ ਕਰ ਸਕਦੇ ਹੋ। ਦੈਨ ਥੱਲੇ ਜਾ ਕੇ ਮੈਰਿਟਲ ਸਟੇਟਸ ਆਪਣਾ, ਇਫ ਯੂ ਆਰ ਮੈਰਿਡ ਔਰ ਨਾਟ, ਦੈਨ ਆਪਣੀ ਇੰਡੀਆ ਦੀ ਸਿਟੀਜ਼ਨਸ਼ਿਪ ਲਿਖਣੀ ਹੈਗੀ ਆ। ਦੈਨ ਪੈਨ ਨੰਬਰ ਜੇ ਅਵੇਲੇਬਲ ਹੈਗਾ ਲਿਖ ਦਿਓ, ਵੋਟਰ ID ਜੇ ਅਵੇਲੇਬਲ ਹੈਗੀ ਲਿਖ ਦਿਓ। ਦੈਨ ਇੰਪਲੋਇਮੈਂਟ ਟਾਈਪ ਕਿ ਇੱਥੇ ਕੈਨੇਡਾ ਦੇ ਵਿੱਚ ਤੁਸੀਂ ਫੁੱਲ ਆਪਣੇ ਸੈਲਫ ਇੰਪਲੋਇਡ ਹੈਗੇ ਹੋ ਜਾਂ ਕਿਸੇ ਦੇ ਅੰਡਰ ਕੰਮ ਕਰਦੇ ਹੋ, ਸੋ ਉੱਥੇ ਇੰਪਲੋਇਮੈਂਟ ਟਾਈਪ ਲਿਖਣਾ ਆ। ਐਜੂਕੇਸ਼ਨ ਕੁਆਲੀਫਿਕੇਸ਼ਨ ਲਿਖਣੀ ਹੈਗੀ ਆ ਆਪਣੀ। ਇਜ਼ ਈਦਰ ਆਫ ਯੋਰ ਪੇਰੈਂਟ, ਸਪਾਊਸ ਔਰ ਗਵਰਨਮੈਂਟ ਸਰਵੈਂਟ। ਸੋ ਜੇ ਤੁਹਾਡਾ ਕੋਈ ਪੇਰੈਂਟ ਜਾਂ ਸਪਾਊਸ ਉਹ ਸਰਕਾਰੀ ਮਹਿਕਮੇ 'ਚ ਕੰਮ ਕਰਦਾ ਇੱਥੇ, ਯੈਸ ਔਰ ਨੋ ਕਰਨਾ ਆ। And then is applicant eligible for a non-ECR category, yes or no? Visible distinguishing mark, ਜੇ ਤੁਹਾਡਾ ਕੋਈ ਇਹ ਜੇ ਕੋਈ ਮਾਰਕ ਹੈਗਾ ਆ ਤੁਹਾਡੇ ਤੇ ਜੋ ਫਿਜ਼ੀਕਲੀ ਤੁਹਾਨੂੰ ਡਿਸਟਿੰਗੁਇਸ਼ ਕਰਦਾ ਹੈਗਾ ਆ, ਦੈਨ ਆਪਣਾ ਆਧਾਰ ਨੰਬਰ ਲਿਖਣਾ ਆ। ਦੈਨ ਯੈਸ ਆਈ ਐਗਰੀ ਤੇ ਕਲਿੱਕ ਕਰਕੇ ਵੀ ਵਿਲ ਗੋ ਨੈਕਸਟ। ਸੋ ਨੈਕਸਟ ਆਪਾਂ ਫੈਮਿਲੀ ਡਿਟੇਲਸ ਫਿਲ ਕਰਨੀਆਂ ਆ। ਫਾਦਰਸ ਗਿਵਨ ਨੇਮ ਐਂਡ ਫਾਦਰ ਸਰਨੇਮ, ਮਦਰ ਨੇਮ, ਲੀਗਲ ਗਾਰਡੀਅਨਸ ਨੇਮ ਜਿੱਦਾਂ ਤੁਹਾਡੇ ਪਾਸਪੋਰਟ ਤੇ ਲਿਖਿਆ, ਸਪਾਊਸ ਨੇਮ, ਸਪਾਊਸ ਸਰਨੇਮ ਐਜ਼ ਇਟ ਇਜ਼ ਤੁਸੀਂ ਲਿਖਣਾ ਹੈਗਾ ਇਹਦੇ ਤੇ, ਜਿੱਦਾਂ ਤੁਹਾਡਾ ਕਰੰਟ ਪਾਸਪੋਰਟ ਦੇ ਉੱਤੇ ਲਿਖਿਆ ਹੋਇਆ ਰਾਈਟ ਨਾਓ। ਦੈਨ ਆਪਣੀ ਐਡਰੈਸ ਡਿਟੇਲਸ ਲਿਖਣੀਆਂ ਆ। ਇਜ਼ ਯੋਰ ਪਾਸਪੋਰਟ ਪ੍ਰਿੰਟੇਬਲ ਐਡਰੈਸ ਆਊਟ ਆਫ ਇੰਡੀਆ? ਨੋ, ਦੈਟ ਮੀਨਸ ਕਿ ਆਪਾਂ ਇੰਡੀਆ ਦਾ ਐਡਰੈਸ ਹੀ ਪ੍ਰਿੰਟ ਕਰਵਾਉਣਾ ਆ ਪਾਸਪੋਰਟ ਤੇ। ਜੇ ਤੁਸੀਂ ਕੈਨੇਡਾ ਦਾ ਐਡਰੈਸ ਪ੍ਰਿੰਟ ਕਰਾਉਣਾ ਚਾਹੁੰਦੇ ਹੋ ਤੁਸੀਂ ਇੱਥੇ ਯੈਸ ਕਰਕੇ ਆਪਣੇ ਕੈਨੇਡਾ ਦੇ ਐਡਰੈਸ ਲਿਖ ਸਕਦੇ ਹੋ। ਥੱਲੇ ਆਪਣਾ ਹਾਊਸ ਨੰਬਰ ਲਿਖਣਾ ਆ, ਵਿਲੇਜ, ਟਾਊਨ, ਸਿਟੀ ਜੋ ਵੀ ਹੈਗੀ ਆ, ਸਟੇਟ, ਡਿਸਟ੍ਰਿਕਟ, ਪਿੰਨ ਕੋਡ ਲਿਖਣਾ ਆ। ਇੰਡੀਆ ਦੇ ਵਿੱਚ ਪਿੰਨ ਕੋਡ ਚੱਲਦੇ ਆ ਉਹ ਲਿਖਣੇ ਹੈਗੇ ਆ ਇੱਥੇ। And also proof of address must be submitted along with the application form if the address is different from the address printed in the previous or latest held passport.
ਸੋ ਜੇ ਤੁਸੀਂ ਕੈਨੇਡਾ ਦਾ ਐਡਰੈਸ ਪ੍ਰਿੰਟ ਕਰਵਾਉਣਾ ਆ ਬਟ ਕਰੰਟ ਪਾਸਪੋਰਟ ਦੇ ਉੱਤੇ ਇੰਡੀਅਨ ਐਡਰੈਸ ਲਿਖਿਆ ਹੋਇਆ ਆ, ਫਿਰ ਤੁਹਾਨੂੰ ਆਪਣਾ ਪ੍ਰੂਫ ਵੀ ਸਬਮਿਟ ਕਰਨਾ ਪੈਣਾ ਆ ਜਿਹਦੇ ਤੇ ਕਿ ਕੈਨੇਡਾ ਦਾ ਉਹ ਐਡਰੈਸ ਲਿਖਿਆ ਹੋਵੇ ਕਿ ਤੁਸੀਂ ਇੱਥੇ ਰਹਿੰਦੇ ਹੋ। ਐਂਡ ਆਲਸੋ ਕਿ ਤੁਹਾਨੂੰ ਮੈਂਡੇਟਰੀ ਹੁੰਦਾ ਕਿ ਇੰਡੀਆ ਦਾ ਇੱਕ ਐਡਰੈਸ ਦੇਣਾ ਜ਼ਰੂਰੀ ਆ ਪੁਲਿਸ ਵੈਰੀਫਿਕੇਸ਼ਨ ਵਾਸਤੇ। Now we go down, ਇੱਥੇ ਆਪਣਾ ਟੈਲੀਫੋਨ ਨੰਬਰ, ਮੋਬਾਈਲ ਨੰਬਰ ਲਿਖਣਾ ਆ, ਆਪਣੀ ਈਮੇਲ ਲਿਖਣੀ ਆ, ਪੁਲਿਸ ਸਟੇਸ਼ਨ ਲਿਖਣਾ ਹੈਗਾ ਆ, ਤੇ ਅਦਰ ਐਡਰੈਸ ਦੇ ਵਿੱਚ ਤੁਸੀਂ ਆਪਣਾ ਇਜ਼ ਯੂ ਅਦਰ ਐਡਰੈਸ ਆਊਟ ਆਫ ਇੰਡੀਆ, ਯੈਸ ਨੋ ਕਰਕੇ ਇੰਡੀਆ ਦਾ ਲਿਖਣਾ ਆ, ਇੱਥੇ ਦਾ ਲਿਖਣਾ ਆ, ਜਿੱਦਾਂ ਵੀ ਤੁਸੀਂ ਲਿਖਣਾ ਚਾਹੁੰਦੇ ਹੋ। ਆਪਣਾ ਹਾਊਸ ਨੰਬਰ, ਵਿਲੇਜ, ਸਟੇਟ, ਪਿਨ ਕੋਡ, ਪੁਲਿਸ ਸਟੇਸ਼ਨ ਜਿਹੜਾ ਤੁਹਾਨੂੰ ਲਾਗੇ ਲੱਗਦਾ ਹੈਗਾ ਆ, ਮੋਬਾਈਲ ਨੰਬਰ ਲਿਖਣਾ ਹੈਗਾ ਇੱਥੇ। ਐਂਡ ਦੈਨ ਵੀ ਗੋ ਟੂ ਦੀ ਨੈਕਸਟ ਪੇਜ। ਸੋ ਅਗਲੇ ਪੇਜ ਤੇ ਇਹਨਾਂ ਨੇ ਐਮਰਜੈਂਸੀ ਕੰਟੈਕਟ ਡਿਟੇਲਸ ਮੰਗਣੀਆਂ ਆ, ਜੇ ਇਨ ਕੇਸ ਕੋਈ ਐਮਰਜੈਂਸੀ ਵਿੱਚ ਉਹਨਾਂ ਨੂੰ ਤੁਹਾਨੂੰ ਕੰਟੈਕਟ ਕਰਨਾ ਹੋਵੇ ਤੇ ਕਿੱਥੇ ਕਰਨ। ਆਪਣਾ ਨੇਮ, ਐਡਰੈਸ ਲਿਖ ਸਕਦੇ ਹੋ, ਮੋਬਾਈਲ ਨੰਬਰ, ਈਮੇਲ ਐਂਡ ਉਸ ਬੰਦੇ ਦਾ ਟੈਲੀਫੋਨ ਨੰਬਰ ਲਿਖ ਸਕਦੇ ਹੋ, ਘਰ ਦਾ ਜਾਂ ਉਹਨਾਂ ਦਾ ਆਪਣਾ। ਦੈਨ ਵੀ ਗੋ ਟੂ ਦੀ ਨੈਕਸਟ ਪੇਜ। ਸੋ ਪ੍ਰੀਵੀਅਸ ਪਾਸਪੋਰਟ ਡਿਟੇਲਸ, ਜਿਹੜਾ ਕਰੰਟਲੀ ਤੁਸੀਂ ਪਾਸਪੋਰਟ ਹੋਲਡ ਕਰ ਰਹੇ ਹੋ ਉਹਦੀਆਂ ਡਿਟੇਲਸ ਲਿਖਣੀਆਂ ਇੱਥੇ। ਉਹਦਾ ਪਾਸਪੋਰਟ ਨੰਬਰ ਲਿਖਣਾ ਆ, ਫਰੰਟ ਪੇਜ ਤੇ ਟਾਪ ਰਾਈਟ ਕਾਰਨਰ ਤੇ ਹੁੰਦਾ ਆ। ਫਰੰਟ ਪੇਜ ਤੇ ਪਲੇਸ ਆਫ ਇਸ਼ੂ ਵੀ ਹੁੰਦੀ ਆ, ਡੇਟ ਆਫ ਇਸ਼ੂ ਵੀ ਲਿਖਿਆ ਹੁੰਦਾ ਤੇ ਡੇਟ ਆਫ ਐਕਸਪਾਇਰੀ ਵੀ ਹੁੰਦੀ ਆ। ਫਾਈਲ ਨੰਬਰ ਲਾਸਟ ਪੇਜ ਤੇ ਬਿਲਕੁਲ ਬਾਟਮ ਤੇ ਲਿਖਿਆ ਹੁੰਦਾ ਆ। ਐਂਡ ਦੈਨ ਡਿਟੇਲਸ ਆਫ ਪ੍ਰੀਵੀਅਸ ਔਰ ਕਰੰਟ ਡਿਪਲੋਮੈਟਿਕ ਅਫੀਸ਼ੀਅਲ ਪਾਸਪੋਰਟ ਜੇ ਹੋਲਡ ਕਰਦੇ ਹੋ then you can provide details or no. Have you ever applied for passport but not issued? Yes or no. ਜੇ ਪਹਿਲਾਂ ਕਦੀ ਅਪਲਾਈ ਕੀਤਾ, ਰਿਜੈਕਟ ਹੋਇਆ, ਐਕਸੈਪਟ ਹੋਇਆ, ਉੱਥੇ yes or no ਕਰਨਾ ਹੈ ਤੁਸੀਂ। then we go to the next page. ਸੋ ਇੱਥੇ ਆਪਾਂ ਸਾਰੇ ਕੁਐਸਚਨ ਦਾ yes or no ਆਨਸਰ ਦੇਣਾ ਆ। any proceedings or in respect of ਕੋਈ offense ਕੀਤਾ ਹੋਵੇ, no. any warranty of summons, no. any warranty of arrest, ਕਦੀ arrest ਹੋਏ ਹੋਣ, no. any prohibition, has you order prohibiting your departure from India? No. Providing the following details. ਹੁਣ ਇੱਥੇ ਆਪਾਂ ਕੁਐਸਚਨਸ ਦੇ ਆਨਸਰ ਦੇਣੇ ਆ। ਪਿਛਲੇ 5 ਸਾਲਾਂ ਦੇ ਵਿੱਚ ਤੁਹਾਨੂੰ ਕਦੀ ਕੋਰਟ ਜਾਣਾ ਪਿਆ ਹੋਵੇ, no. ਪਹਿਲਾਂ ਕਦੀ ਪਾਸਪੋਰਟ ਡਿਨਾਈ ਹੋਇਆ, ਰਿਫਿਊਜ਼ ਹੋਇਆ, no. ਕਦੀ ਇੰਪਾਊਂਡ ਹੋਇਆ, no. ਕਦੀ ਰਿਵੋਕ ਹੋਇਆ, no. ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਵੇ, no. health passport for any other country, ਕਿਸੇ ਹੋਰ ਕੰਟਰੀ ਦਾ ਹੋਲਡ ਕਰਦੇ ਹੋ ਪਾਸਪੋਰਟ, no. surrender ਕੀਤਾ ਹੋਇਆ ਪਾਸਪੋਰਟ, no. applied for renunciation of Indian passport, no. have you ever returned to India on emergency certificate, no. ਕਦੀ ਡਿਪੋਰਟ ਹੋਏ ਹੋ, no. repatriated from any country back to India, no. and then we go to the ਸੋ ਉਸ ਤੋਂ ਬਾਅਦ ਨੈਕਸਟ ਪੇਜ ਜਾ ਕੇ, ਸੌਰੀ ਗਾਇਜ਼ ਮੈਂ ਸਕਰੀਨਸ਼ਾਟ ਮੈਨੂੰ ਪਾਣੇ ਪਏ ਬਿਕਾਜ਼ ਆਫ ਪਰਸਨਲ ਇਨਫੋਰਮੇਸ਼ਨ, ਆਈ ਕੁਡਨਟ ਪੁੱਟ ਦ ਹੋਲ ਵੀਡੀਓ। ਸੋ ਇਸ ਤੋਂ ਬਾਅਦ ਜਿਹੜਾ ਨੈਕਸਟ ਪੇਜ ਆਉਂਦਾ ਉੱਥੇ ਤੁਹਾਡਾ ਪੂਰਾ ਪਾਸਪੋਰਟ ਦਾ ਫਾਰਮੈਟ ਬਣਿਆ ਆਉਂਦਾ ਕਿ ਕਿੱਦਾਂ ਕਿੱਦਾਂ ਤੁਹਾਡੇ ਪਾਸਪੋਰਟ ਦੇ ਉੱਤੇ ਸਾਰਾ ਕੁਝ ਲਿਖਿਆ ਆਏਗਾ। ਉਹ ਵੈਰੀਫਾਈ ਕਰਨ ਤੋਂ ਬਾਅਦ ਇਹਨਾਂ ਉੱਥੇ ਤੁਹਾਨੂੰ ਮੈਸੇਜ ਆਏਗਾ ਕਿ ਥੈਂਕ ਯੂ, ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਗਈ ਆ, ਤੁਹਾਨੂੰ ਰੈਫਰੈਂਸ ਨੰਬਰ ਆਊਗਾ। ਐਂਡ ਮੇਕ ਸ਼ੋਰ ਕਿ ਤੁਸੀਂ ਉਹਦਾ ਸਕਰੀਨਸ਼ਾਟ ਖਿੱਚ ਕੇ ਰੱਖ ਲਓ ਜੇ ਤੁਸੀਂ ਲੈਪਟਾਪ 'ਚ ਕਰ ਰਹੇ ਹੈਗੇ ਹੋ। ਉਹਦਾ ਤੁਸੀਂ ਜੇ ਤੁਹਾਡੇ ਕੋਲ Acer ਦਾ ਜਾਂ ਕੋਈ ਵੀ ਹੋਰ ਵਿੰਡੋਜ਼ ਲੈਪਟਾਪ ਹੈਗਾ ਆ, then you can just press Windows and print screen, ਉਹਦਾ ਆਪਣੇ ਆਪ ਸਕਰੀਨਸ਼ਾਟ ਖਿੱਚਿਆ ਜਾਂਦਾ ਆ। ਸੋ ਆਨਲਾਈਨ ਐਪਲੀਕੇਸ਼ਨ ਆਪਣੀ ਸਬਮਿਟ ਹੋ ਗਈ ਹੈਗੀ ਆ, ਬਟ ਉਹਦੇ ਤੋਂ ਇਲਾਵਾ ਆਪਾਂ ਇੱਕ ਚੈੱਕਲਿਸਟ ਹੁੰਦੀ ਆ ਇਹਦੇ ਵਿੱਚ। ਸੋ ਉਹ ਚੈੱਕਲਿਸਟ ਤੁਸੀਂ ਕਿਵੇਂ ਦੇਖਣੀ ਹੈਗੀ ਆ, I will tell you. ਓਕੇ, ਸੋ ਚੈੱਕਲਿਸਟ ਦੇਖਣ ਲਈ ਤੁਸੀਂ BLS ਦੀ ਸਾਈਟ ਖੋਲ੍ਹਣੀ ਹੈਗੀ ਆ। ਪਹਿਲਾਂ ਇੱਥੇ ਪਾਸਪੋਰਟ ਤੇ ਜਾ ਕੇ ਪਾਸਪੋਰਟ ਐਪਲੀਕੇਸ਼ਨ ਪ੍ਰੋਸੈਸ ਤੇ ਕਲਿੱਕ ਕਰਨਾ ਆ। ਐਂਡ ਵਾਂਸ ਦੈਟ ਓਪਨਸ, ਸਿਲੈਕਟ ਪਾਸਪੋਰਟ ਕੈਟੇਗਰੀ, ਇੱਥੇ ਸਿਲੈਕਟ ਕਰਕੇ ਨਿਊ ਬੁਕਲੇਟ ਔਰ ਰੀਨਿਊਅਲ, ਕਿਉਂਕਿ ਆਪਾਂ ਰੀਨਿਊ ਕਰਵਾ ਰਹੇ ਹਾਂ ਪਾਸਪੋਰਟ। ਦੈਨ ਇੱਥੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੂਗੀ। ਸੋ ਰਾਈਟ ਨਾਓ ਆਪਾਂ ਫਾਰਮਸ ਐਂਡ ਚੈੱਕਲਿਸਟ ਚੈੱਕ ਕਰਨੀ, ਉਹਦੇ ਤੇ ਕਲਿੱਕ ਕਰਕੇ ਰਾਈਟ ਨਾਓ ਵੀ ਆਰ ਇਨ ਟੋਰਾਂਟੋ। ਸੋ ਚੈੱਕਲਿਸਟ ਦੇ ਅੰਦਰ ਜਿਹੜਾ ਇੱਥੇ ਕਲਿੱਕ ਹੇਅਰ ਲਿਖਿਆ ਉਹਦੇ ਤੇ ਆਪਾਂ ਕਲਿੱਕ ਕਰਾਂਗੇ ਜਦ ਉਹ ਸਾਰੀ ਇਨਫੋਰਮੇਸ਼ਨ ਖੁੱਲ ਜਾਂਦੀ ਆ। ਸੋ ਫਸਟ ਆਫ ਆਲ ਜਦੋਂ ਵੀ ਆਪਾਂ ਇਹਨੂੰ ਫਿਲ ਕਰਨਾ ਆ, ਇਹਦਾ ਪ੍ਰਿੰਟ ਆਊਟ ਕੱਢਣਾ ਆ ਐਂਡ ਪੈਨ ਦੇ ਨਾਲ ਇੱਥੇ ਐਪਲੀਕੈਂਟਸ ਨੇਮ ਲਿਖਣਾ ਆ, ਈਮੇਲ ਲਿਖਣਾ, ਪਾਸਪੋਰਟ ਨੰਬਰ ਐਂਡ ਮੋਬਾਈਲ ਨੰਬਰ ਲਿਖਣਾ ਆ। ਐਂਡ ਇੱਥੇ ਨਾਲ ਇਹ ਦੱਸਿਆ ਹੋਇਆ ਹੈ ਕਿ ਜਿਹੜੀ ਵੀ ਚੀਜ਼ ਤੁਹਾਡੇ ਤੇ ਅਪਲਾਈ ਹੁੰਦੀ ਆ, ਜੋ ਤੁਸੀਂ ਵੀ ਜਿਹੜੀ ਵੀ ਚੀਜ਼ ਨਾਲ ਅਟੈਚ ਕਰ ਰਹੇ ਹੋ ਉਹਦੇ ਤੇ ਚੈੱਕ ਮਾਰਕ ਲਗਾਉਣਾ ਆ। ਸੋ ਪਹਿਲਾਂ ਆਪਾਂ ਕਰਾਂਗੇ ਆਨਲਾਈਨ ਐਪਲੀਕੇਸ਼ਨ ਫਾਰਮ। ਆਨਲਾਈਨ ਫਾਰਮ ਆਪਾਂ ਆਲਰੇਡੀ ਫਿਲ ਕਰਤਾ ਹੋਇਆ, ਇੱਥੇ ਆਪਾਂ ਚੈੱਕ ਮਾਰਕ ਲਗਾ ਦਾਂਗੇ। ਇੱਥੇ ਉਹਨਾਂ ਨੇ ਲਿੰਕ ਵੀ ਦਿੱਤਾ ਹੋਇਆ ਆ,
then please submit an extra E. A link can be found here. So ਜਦੋਂ ਆਪਾਂ ਇਹਦੇ ਤੇ click ਕਰਾਂਗੇ ਇੱਥੇ ਇੱਕ ਫਾਰਮ ਖੁੱਲਦਾ ਹੈਗਾ ਆ an extra E ਫਾਰਮ। ਇਹ ਵੀ ਆਪਾਂ ਪ੍ਰਿੰਟ ਕੱਢ ਕੇ ਹੱਥ ਨਾਲ ਪੈਨ ਨਾਲ ਫਿਲ ਕਰਨਾ ਹੈਗਾ ਆ। ਇੱਥੇ ਤੁਸੀਂ ਆਪਣਾ ਨਾਮ ਲਿਖੋਗੇ, ਦੈਨ ਸਨ, ਡਾਟਰ ਔਰ ਵਾਈਫ ਜੋ ਵੀ ਤੁਹਾਡੇ ਲੱਗਦਾ ਹੈਗਾ ਨਾਲ ਉਹ ਲਿਖ ਕੇ ਡੇਟ ਆਫ ਬਰਥ ਲਿਖਣੀ ਹੈਗੀਆਂ। that the names of my parents and spouse are as follows, ਆਪਣੇ ਸਾਰੇ ਮਦਰ ਫਾਦਰ ਜਾਂ ਹਸਬੈਂਡ ਵਾਈਫ ਦੇ ਨਾਮ ਲਿਖਣੇ ਹੈਗੇ ਆ। that I am a continuous resident at the above mentioned address from this date। ਸੋ ਉੱਥੇ ਆਪਣੀ ਡੇਟ ਮੈਂਸ਼ਨ ਕਰਨੀ ਆ ਤੁਸੀਂ, ਜਿਹੜਾ ਵੀ ਤੁਸੀਂ ਆਪਣਾ ਐਡਰੈਸ ਮੈਂਸ਼ਨ ਕਰ ਰਹੇ ਹੋ। ਐਂਡ ਦੈਨ ਆਪਾਂ ਥੱਲੇ ਆ ਕੇ ਆਪਣੀ ਪਲੇਸ ਲਿਖਣੀ ਆ ਜਿੱਥੇ ਤੁਸੀਂ ਇਹ ਸਾਈਨ ਕਰ ਰਹੇ ਹੋ, ਡੇਟ ਲਿਖਣੀ ਆ ਐਂਡ ਦੈਨ ਆਪਣਾ ਸਿਗਨੇਚਰ ਕਰਨਾ ਆ। ਐਂਡ ਦੈਨ ਇਹਦੇ ਤੋਂ ਇਲਾਵਾ ਜਦੋਂ ਇਹ ਦੋਨੋਂ ਹੋ ਗਏ ਫਿਲ, ਆਪਾਂ ਇੱਥੇ ਚੈੱਕ ਮਾਰਕ ਲਗਾਉਣਾ ਆ। ਐਂਡ ਇਸ ਤੋਂ ਇਲਾਵਾ ਆਪਾਂ ਨੂੰ 1 ਪਰਸਨਲ ਪਾਰਟਿਕੂਲਰਸ ਫਾਰਮ ਚਾਹੀਦਾ ਆ। ਉਹਦੇ ਵਿੱਚ ਕੀ ਹੁੰਦਾ ਆ, ਫੁੱਲ ਨੇਮ, ਆਪਣਾ ਨਾਮ ਲਿਖਣਾ ਹੈਗਾ ਇੱਥੇ, ਆਪਣਾ ਸੈਕਸ ਲਿਖਣਾ ਆ, ਮੇਲ, ਫੀਮੇਲ ਔਰ ਅਦਰ। ਹੈਜ਼ ਦ ਐਪਲੀਕੈਂਟ ਐਵਰ ਚੇਂਜ ਦ ਨੇਮ, ਜੇ ਤੁਸੀਂ ਪਹਿਲਾਂ ਕਦੀ ਆਪਣਾ ਨਾਮ ਚੇਂਜ ਕੀਤਾ ਹੈ ਲੀਗਲੀ ਦੈਨ ਇੱਥੇ ਯੈਸ ਔਰ ਨੋ ਆਉਣਾ ਆ। ਜੇ ਯੈਸ ਆ ਤੇ ਆਪਣਾ ਪੁਰਾਣਾ ਨਾਮ ਵੀ ਲਿਖਣਾ ਆ। ਡੇਟ ਆਫ ਬਰਥ, ਪਲੇਸ ਆਫ ਬਰਥ, ਪ੍ਰੋਫੈਸ਼ਨ, ਤੁਸੀਂ ਕੀ ਕੰਮ ਕਰਦੇ ਹੋ, ਦੈਨ ਆਪਣਾ ਮਦਰਸ ਨੇਮ, ਫਾਦਰਸ ਨੇਮ, ਹਸਬੈਂਡ ਔਰ ਵਾਈਫ ਨੇਮ। ਤੇ ਇੱਥੇ ਆਪਾਂ ਪਰਮਨੈਂਟ ਇੰਡੀਅਨ ਐਡਰੈਸ ਐਂਡ ਟੈਲੀਫੋਨ ਨੰਬਰ ਅਲੋਂਗ ਵਿਦ ਪੁਲਿਸ ਸਟੇਸ਼ਨ। ਸੋ ਇੱਥੇ ਇੰਡੀਆ ਦਾ ਆਪਣਾ ਪੂਰਾ ਐਡਰੈਸ ਲਿਖਣਾ ਹੈਗਾ ਆ, ਆਪਣਾ ਘਰ ਦਾ ਫੋਨ ਨੰਬਰ ਲਿਖ ਦਿਓ, ਆਪਣੇ ਮਦਰ ਫਾਦਰ ਦਾ ਜਾਂ ਸਿਸਟਰ ਦਾ, ਬ੍ਰਦਰ ਦਾ, ਕਿਸੇ ਦਾ ਵੀ ਦੇ ਸਕਦੇ ਹੋ। ਤੇ ਜਿਹੜਾ ਵੀ ਤੁਹਾਨੂੰ ਪੁਲਿਸ ਸਟੇਸ਼ਨ ਲੱਗਦਾ ਆ ਲਾਗੇ ਉਹਨਾਂ ਦਾ ਐਡਰੈਸ ਇੱਥੇ ਪੂਰਾ ਲਿਖਣਾ ਹੈਗਾ ਆ। ਐਂਡ ਦੈਨ ਪ੍ਰੈਜ਼ੈਂਟ ਕੈਨੇਡੀਅਨ ਐਡਰੈਸ ਐਂਡ ਟੈਲੀਫੋਨ ਨੰਬਰ ਅਲੋਂਗ ਵਿਦ ਪੁਲਿਸ ਸਟੇਸ਼ਨ ਐਂਡ ਰਿਜ਼ਾਈਡਿੰਗ ਸਿੰਸ। ਸੋ ਇੱਥੇ ਆਪਾਂ ਆਪਣਾ ਕੈਨੇਡੀਅਨ ਐਡਰੈਸ ਲਿਖਾਂਗੇ, ਆਪਣਾ ਫੋਨ ਨੰਬਰ ਲਿਖਾਂਗੇ ਐਂਡ ਪੁਲਿਸ ਸਟੇਸ਼ਨ ਦਾ ਐਡਰੈਸ ਲਿਖਾਂਗੇ ਜਿਹੜਾ ਵੀ ਸਾਨੂੰ ਲਾਗੇ ਲੱਗਦਾ ਹੈਗਾ ਆ, ਤੇ ਇਸ ਐਡਰੈਸ ਤੇ ਆਪਾਂ ਕਦੋਂ ਤੋਂ ਰਹਿ ਰਹੇ ਹੈਗੇ ਆ। then if you have not been resident at the address given at column 8B continuously for the last 1 year, please furnish other address with duration resident। ਸੋ ਜਿਹੜਾ ਐਡਰੈਸ ਆਪਾਂ ਕੈਨੇਡੀਅਨ ਇੱਥੇ ਲਿਖਿਆ ਹੈਗਾ ਆ, ਜੇ ਇੱਥੇ ਤੁਸੀਂ ਪਿਛਲੇ 1 ਸਾਲ ਤੋਂ ਨਹੀਂ ਰਹਿ ਰਹੇ ਹੈਗੇ ਤਾਂ ਉਹਨਾਂ ਨੂੰ ਇੱਕ ਹੋਰ ਐਡਰੈਸ ਪ੍ਰੋਵਾਈਡ ਕਰਨਾ ਪੈਣਾ ਆ ਜਿਹਨੂੰ ਮਿਲਾ ਕੇ ਕਿ ਪਿਛਲੇ 1 ਸਾਲ ਦਾ ਟਾਈਮ ਪੀਰੀਅਡ ਬਣਦਾ ਹੋਵੇ। ਸੋ ਤੁਸੀਂ ਉਸ ਐਡਰੈਸ ਤੇ ਕਦੋਂ ਤੋਂ ਕਦੋਂ ਤੱਕ ਰਹੇ ਤੇ ਉਹਦਾ ਪੂਰਾ ਐਡਰੈਸ ਲਿਖਣਾ ਹੈਗਾ ਆ ਇੱਥੇ। ਜੇ ਤੁਹਾਡਾ 2 ਐਡਰੈਸਾਂ ਦੇ ਵਿੱਚ ਨਹੀਂ ਸਰਦਾ, ਤੁਸੀਂ 3 ਐਡਰੈਸ ਚੇਂਜ ਕੀਤੇ ਹੋਏ ਆ ਪਿਛਲੇ ਸਾਲ ਤੇ, then there is one more option here। References: name and address of 2 responsible person in applicant's locality who can vouch for the applicant। So India ਤੁਹਾਡੇ ਮਹੱਲੇ ਦੇ ਵਿੱਚ ਜਾਂ ਏਰੀਆ ਦੇ ਵਿੱਚ ਕੋਈ ਵੀ ਤੁਹਾਡੇ ਰਿਲੇਟਿਵਸ ਹੈਗੇ ਆ ਜਾਂ ਨੇਬਰਸ ਹੈਗੇ ਆ, 2 ਜਣਿਆਂ ਦੇ ਨਾਮ ਲਿਖਣੇ ਆ, ਐਡਰੈਸ ਲਿਖਣੇ ਆ ਤੇ ਟੈਲੀਫੋਨ ਨੰਬਰ ਲਿਖਣੇ ਹੈਗੇ ਆ ਇੱਥੇ ਫॉर ਰੈਫਰੈਂਸ। ਤੇ 11th ਹੈਗਾ ਆ ਸਿਟੀਜ਼ਨਸ਼ਿਪ ਆਫ ਇੰਡੀਆ ਬਾਈ ਬਰਥ। ਤੁਹਾਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਕਿਉਂ ਮਿਲੀ ਆ, ਕਿਉਂਕਿ ਤੁਹਾਡਾ ਉੱਥੇ ਬਰਥ ਹੋਇਆ ਆ ਜਾਂ ਤੁਸੀਂ ਡਿਸੈਂਟ ਹੈਗੇ ਆ, ਰਜਿਸਟ੍ਰੇਸ਼ਨ ਹੈਗੀ ਆ, ਨੈਚੁਰਲਾਈਜੇਸ਼ਨ ਹੈਗੀ। ਸੋ ਜੋ ਵੀ ਰੀਜ਼ਨ ਹੈਗਾ ਤੁਹਾਡਾ ਇੰਡੀਅਨ ਸਿਟੀਜ਼ਨਸ਼ਿਪ ਦਾ, ਇੰਡੀਅਨ ਪਾਸਪੋਰਟ ਹੋਲਡ ਕਰਨ ਦਾ, ਉਹ ਤੁਸੀਂ ਇੱਥੇ ਚੈੱਕ ਮਾਰਕ ਕਰ ਦੇਣਾ ਹੈਗਾ ਆ। furnish details of current passport, travel document if any। ਪਾਸਪੋਰਟ ਔਰ ਟਰੈਵਲ ਡਾਕੂਮੈਂਟ ਨੰਬਰ, ਇੱਥੇ ਆਪਣਾ ਪਾਸਪੋਰਟ ਨੰਬਰ ਲਿਖਣਾ ਆ। ਪਲੇਸ ਐਂਡ ਡੇਟ ਆਫ ਇਸ਼ੂ, ਇਹ ਵੀ ਪਾਸਪੋਰਟ ਤੇ ਲਿਖੀ ਹੁੰਦੀ ਆ। ਐਂਡ ਦਿਸ ਇਜ਼ ਫॉर ਦੀ ਆਫਿਸ ਯੂਜ਼ ਓਨਲੀ, ਤੁਸੀਂ ਇੱਥੇ ਕੁਛ ਨਹੀਂ ਕਰਨਾ। ਇੱਥੇ ਤੁਸੀਂ ਆਪਣੇ ਸਿਗਨੇਚਰ ਕਰ ਦੇਣੇ ਹੈਗੇ ਆ। ਜੇ ਕੋਈ ਮਾਈਨਰ ਹੈਗਾ, ਬੇਬੀ ਹੈਗਾ ਆ, ਦੈਨ ਉਹਨਾਂ ਦਾ ਥੰਬ ਪ੍ਰਿੰਟ ਲਗਾ ਸਕਦੇ ਹੋ। ਲੈਫਟ ਹੈਂਡ ਥੰਬ ਪ੍ਰਿੰਟ ਹੁੰਦਾ ਆ ਫॉर ਮੇਲ ਐਂਡ ਰਾਈਟ ਹੈਂਡ ਥੰਬ ਪ੍ਰਿੰਟ ਹੁੰਦਾ ਆ ਫॉर ਫੀਮੇਲ। ਐਂਡ ਇੱਥੇ ਤੁਸੀਂ ਆਪਣੀ ਫੋਟੋ ਲਗਾਉਣੀ ਆ। ਫੋਟੋ ਦੀ ਕੀ ਡਾਇਮੈਂਸ਼ਨਸ ਹੈਗੀ ਉਹ ਮੈਂ ਤੁਹਾਨੂੰ ਦੱਸਦੀ ਆ। ਐਂਡ ਇੱਥੇ ਆਲਸੋ ਵਨ ਮੋਰ ਥਿੰਗ, ਫੋਟੋ ਲਗਾ ਕੇ ਇੱਥੇ ਆਪਣੇ ਕ੍ਰਾਸ ਸਾਈਨ ਕਰਨੇ ਆ ਤੁਸੀਂ। ਸੋ ਲੈਟਸ ਸੇ ਆ ਬਾਕਸ ਦੇ ਵਿੱਚ ਫੋਟੋ ਲੱਗੀ ਹੋਈ ਆ, ਸੋ ਮੈਂ ਆਪਣੇ ਸਾਈਨ ਇੱਥੋਂ ਕਰਨੇ ਸਟਾਰਟ ਕਰੂੰਗੀ ਐਂਡ ਆਈ ਵਿਲ ਗੋ ਲਾਈਕ ਦਿਸ। ਸੋ ਉਹ ਪੇਪਰ ਤੇ ਵੀ ਸਾਈਨ ਹੋਏ ਆ, ਨਾਲ ਜਾਂਦੇ ਜਾਂਦੇ ਫੋਟੋ ਤੇ ਵੀ ਸਾਈਨ ਹੋ ਰਹੇ ਹੈਗੇ ਆ। ਐਂਡ ਇਹਨਾਂ ਨੇ 2 ਫੋਟੋਆਂ ਮੰਗਣੀਆਂ ਹੈਗੀਆਂ ਆ।
ਜਦੋਂ ਆਪਾਂ ਸ਼ਾਪਰ ਡਰੱਗ ਮਾਰਟ ਤੋਂ ਕਿਤੋਂ ਵੀ ਫੋਟੋ ਕਰਾਉਣ ਜਾਂਦੇ ਆ, ਉਹ ਇੱਕ ਫੋਟੋ ਦੇ ਪਿੱਛੇ ਸਟੈਂਪ ਲਾ ਕੇ ਦਿੰਦੇ ਆ ਜਿਹਦੇ ਤੇ ਲਿਖਿਆ ਹੁੰਦਾ ਵੀ ਕਿਹੜੀ ਲੋਕੇਸ਼ਨ ਤੇ ਕਿੰਨੀ ਤਰੀਕ ਨੂੰ ਉਹ ਫੋਟੋ ਖਿੱਚੀ ਗਈ ਆ। ਸੋ ਜਿਹੜੀ ਪਿੱਛੇ ਸਟੈਂਪ ਲੱਗੀ ਆ ਉਹ ਫੋਟੋ ਤੁਸੀਂ ਨਾਲ ਭੇਜਣੀ ਆ ਉਹਦੇ ਵਿੱਚ ਐਪਲੀਕੇਸ਼ਨ ਫਾਰਮ ਦੇ ਵਿੱਚ ਪਾ ਕੇ। ਜਿਹਦੇ ਪਿੱਛੇ ਕੋਈ ਸਟੈਂਪ ਨਹੀਂ ਲੱਗੀ ਉਹ ਫੋਟੋ ਤੁਸੀਂ ਇੱਥੇ ਪੇਸਟ ਕਰਨੀ ਆ। ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ। ਐਂਡ ਆਫਟਰ ਦੈਟ additional miscellaneous forms as applicable, ਜੇ ਕੋਈ ਮਾਈਨਰ ਹੈਗਾ ਆ ਉਹਦਾ ਫਾਰਮ ਕਰ ਸਕਦੇ ਹੋ। ਜੇ ਤੁਹਾਡਾ ਪਾਸਪੋਰਟ ਲੌਸ ਡੈਮੇਜ ਹੋਇਆ then ਉਹਦੇ ਲਈ ਇਹ ਫਾਰਮ ਹੈਗਾ ਆ। and then passport expiry date, photographs, so photograph ਆਪਾਂ ਕਿਹੜੀ ਲਾਣੀ ਆ, 2 ਫੋਟੋਆਂ ਚਾਹੀਦੀਆਂ ਉਹਨਾਂ ਨੂੰ 51x51 mm, and photo must be compliant with the specifications, refer to this. so ਇੱਥੇ ਜਿਹੜਾ ਲਿੰਕ ਦਿੱਤਾ ਹੋਇਆ ਇਹਦੇ ਤੇ ਜਾ ਕੇ ਤੁਸੀਂ specifications ਚੈੱਕ ਕਰ ਸਕਦੇ ਹੋ। and photos ਜੋ ਤੁਸੀਂ ਹੋ ਗਈਆਂ ਇੱਥੇ ਚੈੱਕ ਮਾਰਕ ਲਗਾਉਣਾ ਆ। signature instructions, sign on page 1 inside the box below your photograph and on page 4. so ਜਿਹੜੇ ਇੱਥੇ ਚੈੱਕਲਿਸਟ ਦੇ ਸਾਰੇ ਪੇਜ ਹੈਗੇ ਉੱਥੇ ਸਾਰਿਆਂ ਦਾ ਤੁਸੀਂ ਸਾਈਨ ਕਰਨੇ ਹੈਗੇ ਆ। ਜਿਹੜੇ ਵੀ ਤੁਸੀਂ ਫਾਰਮ ਫਿਲ ਕੀਤੇ ਉਹਨਾਂ ਤੇ ਸਾਈਨ ਕਰਨੇ ਹੈਗੇ ਆ। ਐਂਡ ਆਪਣੀ ਫੋਟੋ ਤੇ ਵੀ ਸਾਈਨ ਕਰਨੇ ਹੈਗੇ ਆ ਪਰਸਨਲ ਪਾਰਟਿਕੂਲਰ ਫਾਰਮ ਤੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕ੍ਰਾਸ ਸਾਈਨ ਕਰਨੇ ਹੈਗੇ ਆ। then Indian passport, please provide the copies of your first, last and any observatory pages. observatory pages ਹੁੰਦੇ ਆ ਜਿਹੜੇ ਵੀ ਤੁਹਾਡੇ ਕੋਈ ਵੀ ਪੇਜ ਤੇ ਸਟੈਂਪਾਂ ਲੱਗੀਆਂ ਹੋਈਆਂ ਆ ਅਰਾਈਵਲ ਦੀਆਂ, ਡਿਪਾਰਚਰ ਦੀਆਂ, ਕੋਈ ਤੁਹਾਨੂੰ ਵੀਜ਼ਾ ਮਿਲਿਆ ਹੋਇਆ ਆ ਕੈਨੇਡਾ ਦਾ ਜਾਂ US ਦਾ, ਉਹ ਸਾਰੇ ਪੇਜਾਂ ਦੀਆਂ ਫੋਟੋ ਕਾਪੀਜ਼ ਫਰੰਟ ਪੇਜ ਐਂਡ ਲਾਸਟ ਪੇਜ ਉਹ ਵੀ ਨਾਲ ਭੇਜਣੀਆਂ ਹੈਗੀਆਂ ਆ। ਤੇ ਆਪਣਾ ਓਰੀਜਨਲ ਪਾਸਪੋਰਟ ਵੀ ਭੇਜਣਾ ਆ। and then valid status in Canada, please submit the below documents as application in origin and copy. ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਆ। ਇਨ origin and copy ਇੱਥੇ ਤੁਸੀਂ ਸਿਰਫ ਫੋਟੋ ਕਾਪੀ ਹੀ ਭੇਜਣੀ ਆ। ਜੇ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਆ, PR ਕਾਰਡ ਹੈਗਾ ਆ, ਪਲੀਜ਼ ਸੈਂਡ ਦਾ ਫੋਟੋ ਕਾਪੀ, ਓਰੀਜਨਲ ਨਹੀਂ ਭੇਜਣਾ ਬਿਕਾਜ਼ ਯੂ ਨੀਡ ਟੂ ਹੋਲਡ ਦੈਟ, ਕਿਉਂਕਿ ਉਹ ਤੁਹਾਡਾ ਸਟੇਟਸ ਆ ਕੈਨੇਡਾ ਦੇ ਵਿੱਚ। ਜੇ ਤੁਹਾਡਾ PR ਕਾਰਡ ਐਕਸਪਾਇਰ ਹੋ ਗਿਆ ਹੋਇਆ ਆ ਤੁਸੀਂ ਉਹਦੀ ਰਿਨਿਊਅਲ ਰਿਸਿਪਟ ਲਾ ਸਕਦੇ ਹੋ ਜਾਂ ਕੋਈ ਵੀ ਉਹਨਾਂ ਨੂੰ ਸਟੇਟਸ ਦੇ ਸਕਦੇ ਹੋ ਜਿੱਥੋਂ ਪ੍ਰੂਫ ਹੋਗੇ ਕਿ ਉਹ ਤੁਸੀਂ ਅਪਲਾਈ ਕੀਤਾ ਹੋਇਆ ਆ। then lending paper, ਜਿਨ੍ਹਾਂ ਦੀ PR ਹੋ ਗਈ ਹੋਈ ਆ ਦੇ ਨੋ ਲੈਂਡਿੰਗ ਪੇਪਰ ਕੀ ਹੁੰਦਾ, PR ਲੈਣ ਵੇਲੇ ਉਹ ਤੁਹਾਨੂੰ ਦਿੰਦੇ ਹੁੰਦੇ ਆ ਤੇ ਉਹਦੀ ਵੀ ਤੁਸੀਂ ਕਾਪੀ ਕਰਕੇ ਭੇਜਣੀ ਹੈ। ਐਂਡ ਉਹ ਪੇਪਰ ਲਾਈਕ ਕਾਫੀ ਲੰਬਾ ਹੁੰਦਾ, ਲੈਟਰ ਸਾਈਜ਼ ਪੇਪਰ ਨਹੀਂ ਹੁੰਦਾ। ਜੇ ਤੁਹਾਡੇ ਕੋਲ ਘਰੇ ਪ੍ਰਿੰਟਰ ਹੈਗਾ ਆ ਤੁਸੀਂ ਉਹਨੂੰ ਕੈਮ ਸਕੈਨਰ 'ਚ ਉਹਦੀ ਫੋਟੋ ਖਿੱਚ ਕੇ ਪ੍ਰਿੰਟ ਕਰ ਸਕਦੇ ਹੋ। ਸੋ ਲੈਟਰ ਸਾਈਜ਼ ਪੇਪਰ ਤੇ ਪ੍ਰਿੰਟ ਆਪਣੇ ਆਪ ਨਿਕਲ ਆਉਂਦਾ ਆ। ਦੈਨ ਵਰਕ ਪਰਮਿਟ, ਜੇ ਕੋਈ ਵਰਕ ਪਰਮਿਟ ਹੋਲਡ ਕਰਦਾ ਹੈਗਾ ਆ। ਐਂਡ ਜੇ ਕਿਸੇ ਕੋਲ ਵਿਜ਼ਟਰ ਵੀਜ਼ਾ ਹੈਗਾ ਆ। ਪ੍ਰੂਫ ਆਫ ਐਡਰੈਸ, ਆਪਣਾ ਡਰਾਈਵਰਸ ਲਾਇਸੈਂਸ ਭੇਜਣਾ ਆ ਤੁਸੀਂ ਪ੍ਰੂਫ ਆਫ ਐਡਰੈਸ ਵਾਸਤੇ, ਇਹਦੀ ਵੀ ਫੋਟੋ ਕਾਪੀ ਭੇਜਣੀ ਆ, ਓਰੀਜਨਲ ਨਹੀਂ ਭੇਜਣਾ। ਐਂਡ ਬਰਥ ਡੇਟ ਔਰ ਪਲੇਸ ਆਫ ਬਰਥ ਵੇਰੀਏਸ਼ਨ, ਜੇ ਤੁਹਾਡੀ ਬਰਥ ਡੇਟ ਦੇ ਵਿੱਚ ਜਾਂ ਤੁਹਾਡੀ ਬਰਥ ਪਲੇਸ ਦੇ ਵਿੱਚ ਕੋਈ ਵੀ ਵੇਰੀਏਸ਼ਨ ਹੈਗੀ ਆ, ਚੇਂਜ ਹੋਇਆ ਆ, ਕੁਝ ਵੀ ਉਹਦੇ 'ਚ ਇਸ਼ੂ ਸੀ ਪਹਿਲਾਂ, ਉਹ ਵੀ ਤੁਸੀਂ ਨਾਲ ਇਹਦੇ ਭੇਜਣਾ ਹੈਗਾ ਆ। then again name variation, ਕੋਈ ਨਾਮ ਚੇਂਜ ਹੋਇਆ ਆ ਉਹਦੇ ਲੀਗਲ ਡਾਕੂਮੈਂਟਸ ਤੁਹਾਨੂੰ ਭੇਜਣੇ ਪੈਣੇ ਆ। and then marital status changed, ਸੋ ਜੇ ਤੁਸੀਂ ਮੈਰਿਡ ਹੋ ਤੁਹਾਡਾ ਆਪਣੇ ਆਪ ਹੀ ਸਪਾਊਸ ਦਾ ਨਾਮ ਤੁਹਾਡੇ ਪਾਸਪੋਰਟ ਤੇ ਲਿਖਿਆ ਆ ਜਾਊਗਾ ਇੰਸਟੈਡ ਆਫ ਫਾਦਰਸ ਨੇਮ ਔਰ ਮਦਰਸ ਨੇਮ। ਐਂਡ ਇਹ ਮਾਈਨਰ ਐਪਲੀਕੈਂਟਸ ਵਾਸਤੇ ਹੈਗਾ ਆ। ਐਂਡ ਦੈਨ ਫੀਸ, ਸੋ ਇਹਦੀ ਆਪਾਂ ਫੀਸ ਕਿਵੇਂ ਸਬਮਿਟ ਕਰਨੀ ਹੈਗੀ ਆ, ਸੋ ਉਹਦਾ ਵੀ ਹੈਗਾ ਆ। when we open this link, ਆਪਾਂ ਫਿਰ ਉੱਥੇ ਜਾਣਾ ਆ ਨਿਊ ਬੁਕਲੇਟ ਔਰ ਰਿਨਿਊਅਲ ਤੇ ਐਂਡ ਆਪਾਂ ਫੀਸ ਵਾਲੇ ਸੈਕਸ਼ਨ 'ਚ ਜਾਣਾ। ਸੋ ਇੱਥੇ ਇਹਨਾਂ ਨੇ ਪੂਰਾ ਟੇਬਲ ਦਿੱਤਾ ਹੋਇਆ ਆ ਕਿ ਜੇ ਤੁਸੀਂ ਇਸ਼ੂ ਕਰਵਾ ਰਹੇ ਹੋ ਫਰੈਸ਼ ਜਾਂ ਰੀਇਸ਼ੂ ਕਰਵਾ ਰਹੇ ਹੋ ਪਾਸਪੋਰਟ 36 ਪੇजेस ਵਾਲਾ ਜਿਹਦੀ ਕਿ 10 ਸਾਲ ਦੀ ਵਾਰੰਟੀ ਹੁੰਦੀ ਹੈਗੀ ਆ, ਦੈਨ ਤੁਹਾਡੀ ਪਾਸਪੋਰਟ ਫੀਸ ਹੈਗੀ ਆ। ਐਂਡ ਦਿਸ ਇਜ਼ ਦੀ ਕਾਉਂਸਲਰ ਸਰਚਾਰਜ ਫੀਸ। ਐਂਡ ਦੈਨ BLS ਦੀ ਫੀਸ ਅਲੱਗ ਹੁੰਦੀ ਆ ਜਿਹੜਾ ਉਹਨਾਂ ਨੇ ਵਾਪਸ ਭੇਜਣਾ ਆ ਤੁਹਾਡਾ ਪਾਸਪੋਰਟ। ਐਂਡ ਟੋਟਲ ਫੀਸ ਬਣੀ ਇੰਨੀ। ਸੋ ਇਹ ਫੀਸ ਦਾ ਤੁਸੀਂ ਡਰਾਫਟ ਬਣਾ ਕੇ ਭੇਜਣਾ ਹੁੰਦਾ ਆ। ਸੋ ਡਰਾਫਟ ਦਾ ਇਵੇਂ ਬਣਨਾ ਆ, ਪਾਸਪੋਰਟ ਐਂਡ ਕਾਉਂਸਲਰ ਸਰਚਾਰਜ ਦੀ ਫੀਸ ਜਿਹੜੀ ਆ
ਇਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਡਰਾਫਟ ਬਣੂਗਾ $103 ਦਾ, ਜਿਹੜਾ ਕਿ BLS ਇੰਟਰਨੈਸ਼ਨਲ ਦੇ ਨਾਮ ਤੇ ਤੁਸੀਂ ਬਣਵਾਉਣਾ ਹੈਗਾ ਆ। ਐਂਡ ਦੂਜਾ ਡਰਾਫਟ ਬਣੂਗਾ, ਉਹਦੇ ਵਿੱਚ ਹੋਊਗਾ BLS ਦੀ ਫੀਸ ਹੋਏਗੀ $7.40 ਤੇ ਉਹਦੇ ਵਿੱਚ ਜਿਹੜੀ ਪ੍ਰੋਲੇਟਰ ਵਾਲੇ ਆ ਉਹਨਾਂ ਦੀ ਫੀਸ ਹੋਊਗੀ, ਕਿਉਂਕਿ ਜਦੋਂ BLS ਨੇ ਤੁਹਾਨੂੰ ਪਾਸਪੋਰਟ ਵਾਪਸ ਭੇਜਣਾ ਆ, ਉਹਨਾਂ ਨੇ ਆਪਣੇ ਆਪ ਹੀ ਡੇਟ ਉਧਰੋਂ ਸਿਲੈਕਟ ਕਰ ਲੈਣੀ ਆ। ਸੋ ਤੁਸੀਂ ਸਿਰਫ BLS ਨੂੰ ਫੀਸ ਪੇ ਕਰ ਦੇਣੀ ਆ ਡ੍ਰੌਪ ਆਫ ਵਾਸਤੇ। ਉਹ ਫੀਸ ਤੁਹਾਨੂੰ ਆਪਣੇ ਪ੍ਰੋਲੇਟਰ ਤੇ ਜਾ ਕੇ ਚੈੱਕ ਕਰਨੀ ਪੈਣੀ ਆ। ਮੈਂ ਤੁਹਾਨੂੰ ਲਿੰਕ ਵੀ ਪਾ ਦੂੰਗੀ ਕਿੱਥੋਂ ਪਿਕਅਪ ਐਂਡ ਡ੍ਰੌਪ ਆਫ ਵਾਲੀ ਫੀਸ ਚੈੱਕ ਕਰਨੀ ਆ ਜਾਂ ਕਿਵੇਂ ਕਰਨਾ ਹੈਗਾ ਆ, ਤੇ ਉਹਦੇ ਤੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਏਰੀਆ ਦੀ ਕਿੰਨੀ ਫੀਸ ਬਣਦੀ ਆ। ਸੋ ਉਹ ਫੀਸ ਪਲੱਸ $7.40 ਮਿਲਾ ਕੇ ਦੂਜਾ ਡਰਾਫਟ ਬਣੂਗਾ, ਇਹ ਵੀ BLS ਇੰਟਰਨੈਸ਼ਨਲ ਦੇ ਨਾਮ ਤੇ ਬਣੂਗਾ। ਸੋ ਦੋਨੋਂ ਡਰਾਫਟ ਤੁਸੀਂ ਐਪਲੀਕੇਸ਼ਨ ਦੇ ਨਾਲ ਭੇਜਣੇ ਹੈਗੇ ਆ। ਐਂਡ ਆਫਟਰ ਦੈਟ ਤੁਸੀਂ ਬਿਕਾਜ਼ ਰਾਈਟ ਨਾਓ ਕੋਵਿਡ ਚੱਲ ਰਿਹਾ ਹੈ, ਸੋ ਇਸ ਵੇਲੇ ਦਾ ਪੋਸਟਲ ਸਰਵਿਸਿਜ਼ ਹੀ ਹੋਣਗੀਆਂ ਆ। ਅਦਰਵਾਈਜ਼ ਤੁਸੀਂ ਉਹਨਾਂ ਦੇ ਸੈਂਟਰ ਦੇ ਵਿੱਚ ਜਾ ਕੇ ਵੀ ਐਪਲੀਕੇਸ਼ਨ ਦੇ ਸਕਦੇ ਹੋ ਜੇ ਤੁਹਾਨੂੰ ਤੁਹਾਡੇ ਲਾਗੇ ਕੋਈ ਵੀ ਸੈਂਟਰ ਖੁੱਲ੍ਹਾ ਹੈਗਾ ਆ। ਐਂਡ ਆਫਟਰ ਦੈਟ ਇੱਥੇ ਤੁਸੀਂ ਸਾਈਨ ਕਰਨੇ ਹੈਗੇ ਆ ਸਾਰੇ ਪੇਜਸ ਤੇ, ਐਂਡ ਦੈਨ ਦਿਸ ਇਜ਼ ਆਲ ਡਨ। ਸੋ ਉਹਦੇ ਤੋਂ ਬਾਅਦ ਤੁਸੀਂ ਕੀ ਕਰਨਾ ਆ, ਸਾਰੇ ਤੁਹਾਡੇ ਡਾਕੂਮੈਂਟਸ ਇਕੱਠੇ ਕਰਕੇ ਜਿਹੜੀ ਤੁਸੀਂ ਆਨਲਾਈਨ ਐਪਲੀਕੇਸ਼ਨ ਫਿਲ ਕੀਤੀ ਆ ਉਹਨੂੰ ਐਜ਼ ਇਟ ਇਜ਼ ਰਹਿਣ ਦੇਣਾ ਆ। ਐਂਡ ਤੇ ਜਿਹੜਾ ਤੁਹਾਡਾ ਐਪਲੀਕੇਸ਼ਨ ਨੰਬਰ ਮਿਲਿਆ ਆ ਉਹਨੂੰ ਚੈੱਕਲਿਸਟ ਦੇ ਉੱਤੇ ਲਿਖ ਦੇਣਾ ਹੈਗਾ ਆ। ਚੈੱਕਲਿਸਟ ਦਾ ਪ੍ਰਿੰਟ ਆਊਟ ਕੱਢਣਾ ਹੈਗਾ ਆ, ਐਨੈਕਸਟਰ ਫਾਰਮ ਦਾ ਕੱਢਣਾ ਹੈਗਾ ਪ੍ਰਿੰਟ ਆਊਟ, ਦੈਨ ਪਰਸਨਲ ਪਾਰਟਿਕੂਲਰ ਫਾਰਮ ਦਾ ਪ੍ਰਿੰਟ ਆਊਟ ਕੱਢਣਾ ਆ, ਤੁਹਾਡੇ ਪਾਸਪੋਰਟ ਦੇ ਸਾਰੇ ਪੇਜਸ ਦੇ ਪ੍ਰਿੰਟ ਆਊਟ ਕੱਢਣੇ ਆ, ਪਲੱਸ ਓਰੀਜਨਲ ਜਾਊਗਾ, ਤੁਹਾਡਾ PR ਕਾਰਡ ਜਾਂ ਵਰਕ ਪਰਮਿਟ ਦਾ ਪ੍ਰਿੰਟ ਆਊਟ ਜਾਊਗਾ, ਐਂਡ ਦੈਨ ਤੁਹਾਡੇ ਪ੍ਰੂਫ ਆਫ ਐਡਰੈਸ ਜਿਹੜਾ ਕਿ ਡਰਾਈਵਰ ਲਾਇਸੈਂਸ ਆ ਉਹਦਾ ਤੁਹਾਡਾ ਪ੍ਰਿੰਟ ਆਊਟ ਜਾਊਗਾ। ਐਂਡ ਦੈਨ ਜਦੋਂ ਤੁਹਾਡੇ ਕੋਲ ਇਹ ਸਾਰੇ ਡਾਕੂਮੈਂਟਸ ਇਕੱਠੇ ਹੋ ਜਾਂਦੇ ਆ, ਐਂਡ ਫੋਟੋ ਤੁਸੀਂ ਨਾਲ ਲਗਾ ਕੇ ਉਹਨੂੰ ਇਕੱਠਾ ਕਰਕੇ ਪ੍ਰੋਲੇਟਰ ਨੂੰ ਦੇ ਕੇ ਆਉਣਾ ਹੁੰਦਾ ਆ। ਐਂਡ ਉਹਦੇ ਲਈ ਤੁਹਾਨੂੰ ਆਨਲਾਈਨ ਪਿਕਅਪ ਜਾਂ ਡ੍ਰੌਪ ਆਫ ਵਾਲਾ ਪੇ ਕਰਨਾ ਹੁੰਦਾ ਆ। ਐਂਡ ਜਦੋਂ ਤੁਹਾਨੂੰ ਉਹ ਦੇ ਦਿੰਦੇ ਆ ਤੁਹਾਡਾ ਰੈਫਰੈਂਸ ਨੰਬਰ, you can go to any prolator store and drop off your documents. So this is how we do the online application. I hope ਕਿ ਤੁਹਾਨੂੰ ਇਹਦੇ ਤੋਂ ਕਾਫੀ ਹੈਲਪ ਹੋਈ ਹੋਏਗੀ, ਕਿਉਂਕਿ ਮੈਂ ਪੂਰਾ ਟਰਾਈ ਕੀਤਾ ਆ ਕਿ ਭਾਵੇਂ ਮੇਰੇ ਕੋਲ ਵੀਡੀਓ ਨਹੀਂ ਬਣੀ ਬਟ ਮੈਂ ਪੂਰੇ ਸਕਰੀਨਸ਼ਾਟ ਲੈ ਕੇ ਟਰਾਈ ਕੀਤਾ ਕਿ ਤੁਹਾਨੂੰ ਹਰੇਕ ਬਲੈਂਕ ਦਾ ਪਤਾ ਹੋਵੇ ਵੀ ਕਿੱਥੇ ਕਿਵੇਂ ਕਿਹੜੀ ਇਨਫੋਰਮੇਸ਼ਨ ਫਿਲ ਕਰਨੀ ਹੈਗੀ ਆ। ਸੋ ਇਫ ਯੂ ਲਾਈਕ ਇਟ ਪਲੀਜ਼ ਡੂ ਲਾਈਕ, ਸ਼ੇਅਰ ਐਂਡ ਕਮੈਂਟ। ਐਂਡ ਆਲਸੋ ਇਹ ਸਾਰੀ ਇਨਫੋਰਮੇਸ਼ਨ ਇਟਸ ਆਲ ਅਕੋਰਡਿੰਗ ਟੂ ਮਾਈ ਨੌਲੇਜ। ਜੇ ਤੁਸੀਂ ਆਪ ਨਹੀਂ ਕਰ ਸਕਦੇ ਜਾਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ, you should consult with the professional to know more information about this. Thank you so much guys, have a good day, bye bye.